ਹੈਲੋ ਹਾਂਜੀ ਦੇਖੋ ਜਕੋਬੀ ਮੈਥਡ ਆਪਾਂ ਨੂੰ ਗਿਵਨ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਗੌਸ ਐਲੀਮੀਨੇਸ਼ਨ ਮੈਥਡ ਕਰ ਲਿਆ, LU ਡੀਕੰਪੋਜੀਸ਼ਨ ਕਰ ਲਿਆ, ਜਾਂ ਫਿਰ ਕਹਿ ਲਓ ਚੌਲਸਕਾਈ ਮੈਥਡ ਕਰ ਲਿਆ। ਇਹ ਸਾਰੇ ਡਾਇਰੈਕਟ ਮੈਥਡ ਸੀ ਜਿਹਦੇ 'ਚ ਡਾਇਰੈਕਟ ਆਨਸਰ ਆ ਜਾਂਦਾ ਸੀ। ਹੁਣ ਅਸੀਂ ਕਰ ਰਹੇ ਹਾਂ ਇਨਡਾਇਰੈਕਟ ਮੈਥਡ। ਇਨਡਾਇਰੈਕਟ ਮੈਥਡ ਕਿਹੜੇ ਹੁੰਦੇ ਆ? ਉਹ ਮੈਥਡਸ ਜਿਨ੍ਹਾਂ ਦੇ ਵਿੱਚ ਡਾਇਰੈਕਟਲੀ ਆਨਸਰ ਨਹੀਂ ਫਾਈਂਡ ਆਊਟ ਹੁੰਦਾ, ਬਟ ਹਾਂ ਅਸੀਂ ਆਨਸਰ ਦੇ ਤੱਕ ਅਪਰੋਕਸੀਮੇਟਲੀ ਪਹੁੰਚ ਜਾਂਦੇ ਹਾਂ। ਮਤਲਬ ਅਗਰ ਕਿਸੇ ਦਾ ਸੋਲਿਊਸ਼ਨ x=1 ਹੈ ਤਾਂ ਮੈਂ x=0.98 ਜਾਂ 0.99 ਤੱਕ ਪਹੁੰਚ ਜੂਗੀ। ਸੋ ਸਭ ਤੋਂ ਪਹਿਲਾਂ ਜਕੋਬੀ ਮੈਥਡ ਹੈ। ਜਕੋਬੀ ਮੈਥਡ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ 3 ਇਕੁਏਸ਼ਨਸ ਗਿਵਨ ਹੋਣਗੀਆਂ ਇਨ 3 ਵੇਰੀਏਬਲਸ। ਤੁਸੀਂ ਕੀ ਕਰਨਾ, ਪਹਿਲੀ ਵਾਲੀ ਦੇ ਵਿੱਚੋਂ x ਦੀ ਵੈਲਿਊ, ਦੂਸਰੀ ਇਕੁਏਸ਼ਨ 'ਚੋਂ y ਦੀ ਵੈਲਿਊ ਔਰ ਤੀਸਰੀ ਇਕੁਏਸ਼ਨ 'ਚੋਂ z ਦੀ ਵੈਲਿਊ ਨਿਕਾਲ ਲੈਣੀ ਹੈ। ਉਸ ਤੋਂ ਬਾਅਦ ਕੀ ਕਰਨਾ, ਉਸ ਤੋਂ ਬਾਅਦ ਜਕੋਬੀ ਅਕੋਰਡਿੰਗ ਟੂ ਜਕੋਬੀ ਮੈਥਡ ਅਕੋਰਡਿੰਗ ਟੂ ਜਕੋਬੀ ਮੈਥਡ nth ਅਪਰੋਕਸੀਮੇਸ਼ਨ ਦਾ ਫਾਰਮੂਲਾ ਕੀ ਹੈ? xn = 1/10 12 - y n-1 zn-1। ਇਸੇ ਤਰ੍ਹਾਂ yn ਦੀ nth ਅਪਰੋਕਸੀਮੇਸ਼ਨ ਕੀ ਹੈ? ਇੱਧਰ n-1। ਠੀਕ ਹੈ, ਦੈਟ ਮੀਨਸ ਅਗਰ ਮੈਂ ਇਹਦੀ ਫਸਟ ਇਟਰੇਸ਼ਨ ਇਹਦੇ 'ਤੇ ਲਗਾਵਾਂ, फर्स्ट इटरेशन का मतलब x1 जो है दैट विल बी इक्वल्स टू 1/10 12 - y0 - z0। y1 जो है 1/10 13 - x0 2x0 सॉरी माइनस z0। z जो है वो की होएगा 1/10 14 - 2x0 - 2y0। ठीक है, हुण ਅਸੀਂ ਕੀ ਇਟਰੇਸ਼ਨ ਦੇ ਲਈ ਅਗਰ ਕੋਈ ਇਨੀਸ਼ੀਅਲ ਅਪਰੋਕਸੀਮੇਸ਼ਨ ਤੁਹਾਨੂੰ ਸਟੇਟਮੈਂਟ 'ਚ ਨਹੀਂ ਦਿੱਤੀ ਤਾਂ ਤੁਸੀਂ ਆਪਣੇ ਵੱਲੋਂ ਇਨੀਸ਼ੀਅਲ ਅਪਰੋਕਸੀਮੇਸ਼ਨ ਜਿਹੜੀ ਹੈ ਉਹ ਕੀ ਲੈ ਕੇ ਚੱਲਣੀ ਹੈ? 0। ਠੀਕ ਹੈ, ਅਗਰ ਮੈਂ ਇੱਥੇ y ਨੂੰ 0 ਪੁੱਟ ਕਰਾਂ, z ਨੂੰ 0 ਪੁੱਟ ਕਰਾਂ ਤਾਂ ਮੇਰੇ ਕੋਲ x1 ਦੀ ਦੇਖੋ ਵੈਲਿਊ ਕੀ ਆ ਗਈ, y 0 z 0। x1 ਕਿੰਨਾ ਆ ਗਿਆ? 12/10। y1 कितना आ गया? 13/10 और z1 कितना आ गया? 14/10। ठीक है, हुण सैकेंड इटरेशन लगावांगे। सैकेंड इटरेशन दे लई देखो अपने कोल x2 = 1/10 12 माइनस देखो इत्थे की सी फॉर्मूला n, इधर लैने n-1। तो जो मैं 2 लऊँगी मेरे को आ जाएगा y1 - z1। ठीक है, 1/10। हुण देखो तुहानू स्टेटमेंट च गिवन है ना, y1 है 13/10, z1 कितना आया पहली इटरेशन तो 14/10। सो इनू तुसी सॉल्व कर लेना। इनू सॉल्व किया मेरे को आया 1/10 इंटू 120 - 27 इट विल बी 93। सो ये मेरे को आ गया 93/100। नैक्सट मेरे को क्या आ गया? y2 की है 1/10 13 - 2x1 2 × x1 कितना सी 13/10 सॉरी माइनस z सीगा मेरे को 14/10 और सॉरी इत्थे x अपने को 12/10 सी, मैं 13 ले लिया। सो अगेन इनू सॉल्व करते हैं। ये आ गया अपने को 130 - 24 - 14/10। ये आ गया 92/100। इसे तरह तुसी z2 की वैल्यू निकाल लेनी है। ठीक है, और ये स्टैप किन्ने टाइम सॉल्व करना? हुण देखो पहला कि सी x0 0
ਹੁਣ x1 ਕੀ ਹੈ 93, ਨੈਕਸਟ ਦੇ ਵਿੱਚ x3 ਨਿਕਾਲੋ। ਉਦੋਂ ਤੱਕ ਇਹ ਸਾਰਾ ਪ੍ਰੋਸੀਜਰ ਚੱਲਦਾ ਰਹਿਣਾ ਜਦੋਂ ਤੱਕ ਲਾਸਟ 2 ਇਟਰੇਸ਼ਨਸ ਦੇ ਵਿੱਚ x ਦੀਆਂ ਵੈਲਿਊਜ਼, y ਦੀਆਂ ਵੈਲਿਊਜ਼ ਔਰ z ਦੀਆਂ ਵੈਲਿਊਜ਼ ਅਪਰੋਕਸੀਮੇਟਲੀ ਸੇਮ ਨਹੀਂ ਹੋ ਜਾਂਦੀਆਂ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਮੈਂ ਦਿਖਾਵਾਂ, ਦੇਖੋ ਬੁੱਕ ਦੇ ਵਿੱਚ ਆਹ ਸਟੇਟਮੈਂਟ ਦਿੱਤੀ ਹੋਈ ਸੀ, ਮੈਂ ਪਹਿਲੇ ਵਾਲੇ 'ਚੋਂ x ਦੀ ਵੈਲਿਊ, ਦੂਸਰੇ ਵਾਲੇ 'ਚੋਂ y ਦੀ ਵੈਲਿਊ, ਤੀਸਰੇ ਵਾਲੇ 'ਚੋਂ z ਦੀ ਵੈਲਿਊ ਨਿਕਾਲੀ। ਉਸ ਤੋਂ ਬਾਅਦ ਜਕੋਬੀ ਦੀ ਫਾਰਮੂਲਾ ਲਿਖਤਾ ਕਿ xn is this, y1 is this, zn is this. This is the formula. Now taking the first iteration, let's take initial approximation as 0. First iteration ਦੇ ਵਿੱਚ ਮੈਂ x1 y1 z1 ਕੱਢ ਲਿਆ। ਸੈਕੰਡ ਇਟਰੇਸ਼ਨ 'ਚ ਮੈਂ x2 y2 z2 ਕੱਢ ਲਿਆ। ਹਾਂ, ਜਿਹੜੀਆਂ y1 z1 ਹੈ ਪਹਿਲੀ ਇਟਰੇਸ਼ਨ ਤੋਂ ਆਈਆਂ। ਹਰ ਨੈਕਸਟ ਇਟਰੇਸ਼ਨ ਲਈ ਪਿਛਲੀ ਇਟਰੇਸ਼ਨਸ ਤੋਂ ਵੈਲਿਊਜ਼ ਆਉਣਗੀਆਂ। x3 ਦੈਨ ਫੋਰਥ ਇਟਰੇਸ਼ਨ। ਹੁਣ ਦੇਖਿਆ ਫਸਟ ਇਟਰੇਸ਼ਨ 'ਚ x1 ਕੀ ਹੈ 2, ਸੈਕਿੰਡ ਕੀ ਹੈ 2.64, ਜ਼ਿਆਦਾ ਗੈਪ ਹੈ। ਅਗਲੇ 'ਚ ਕੀ ਹੈ 2.64, x ਦੀਆਂ ਵੈਲਿਊ ਸੇਮ ਹੋ ਗਿਆ ਬਟ y ਦੀ ਵੈਲਿਊ 'ਚ ਜ਼ਿਆਦਾ ਗੈਪ ਹੈ। ਗੈਪ ਬਹੁਤ ਘੱਟ ਹੋਣਾ ਚਾਹੀਦਾ। ਅਸੀਂ ਉਨੀ ਦੇਰ ਤੱਕ ਇਹ ਇਟਰੇਸ਼ਨਸ ਲਗਾਈ ਜਾਣੀਆਂ ਜਿੰਨੀ ਦੇਰ ਤੱਕ x ਦੀਆਂ ਵੈਲਿਊਜ਼ ਇਨ ਦਾ 2 ਇਟਰੇਸ਼ਨਸ, y ਦੀ ਵੈਲਿਊ ਔਰ z ਦੀ ਵੈਲਿਊ ਅਪਰੋਕਸੀਮੇਟਲੀ ਸੇਮ ਨਾ ਹੋ ਜਾਏ, ਜਾਂ ਫਿਰ ਇਹਨਾਂ 'ਚ ਗੈਪ ਹੋਵੇ ਤਾਂ 0.003 ਇੰਨਾ ਘੱਟ ਗੈਪ ਹੋਵੇ। ਠੀਕ ਹੈ। ਵੀ observe that in 7th and 8th iteration the approximation to the unknowns are almost same, therefore we stop the procedure। ਠੀਕ ਹੈ। ਜਿੱਥੇ x ਔਰ y ਹੋ ਸਕਦਾ ਪੇਪਰ ਦੇ ਵਿੱਚ, ਕਿਉਂਕਿ ਸਮ ਅਕੋਰਡਿੰਗ ਟੂ ਦਾ ਟਾਈਮਿੰਗ ਆਣਾ, ਇਸ ਕਰਕੇ ਹੋ ਸਕਦਾ ਤੁਹਾਡਾ 2 ਇਟਰੇਸ਼ਨਾਂ 'ਚ ਸਮ ਖਤਮ ਹੋ ਜਾਏ, 3 'ਚ ਹੋ ਜਾਏ ਜਾਂ 4 ਦੇ ਵਿੱਚ ਹੋ ਜਾਏ। ਬਸ ਜਿੱਥੇ x ਦੀ ਵੈਲਿਊ ਸੇਮ ਆਉਣੀ ਸ਼ੁਰੂ ਹੋ ਗਈ, y ਦੀ ਸੇਮ ਅਪਰੋਕਸੀਮੇਟਲੀ ਸੇਮ, z ਦੀ ਅਪਰੋਕਸੀਮੇਟਲੀ ਸੇਮ। ਹੁਣ ਪਹਿਲੇ ਵਾਲੇ ਦੇ ਵਿੱਚ ਇਹ 2 ਸੀ, ਇਹ 2.64 ਬਹੁਤ ਗੈਪ ਸੀ। ਫਿਰ ਸੈਕਿੰਡ ਅਤੇ ਥਰਡ, ਇਸ ਲਈ ਮੈਂ ਥਰਡ ਨਿਕਾਲੀ। ਸੈਕਿੰਡ ਅਤੇ ਥਰਡ 'ਚ x ਸੇਮ ਸੀ ਬਟ y ਵਾਲੀ 'ਚ ਬਹੁਤ ਗੈਪ ਸੀ। ਫਿਰ ਫੋਰਥ ਨਿਕਾਲੀ, x ਵਾਲੀ 'ਚ ਥੋੜ੍ਹਾ ਘਟਿਆ, y ਸੇਮ ਹੋ ਗਈ, z ਵਾਲੀ 'ਚ ਜ਼ਿਆਦਾ ਗੈਪ ਹੈ। ਤਿੰਨਾਂ ਦੇ ਵਿੱਚ ਬਹੁਤ ਘੱਟ ਗੈਪ ਹੋਣਾ ਚਾਹੀਦਾ। ਇਹ ਤੁਹਾਡਾ ਹੈ ਜਕੋਬੀ ਮੈਥਡ।